हाँ जी, डेफिनेशन है सेंट्रीपिटल फोर्स, एक्सटर्नल फोर्स रिक्वायर्ड टू मेक अ बॉडी मूव ਅਲੋਂਗ ਸਰਕੂਲਰ ਪਾਥ ਵਿਦ ਯੂਨੀਫਾਰਮ ਸਪੀਡ। ਆਪਾਂ ਬਾਹਰੋਂ ਜਿਹੜੀ ਫੋਰਸ ਲਗਾ ਰਹੇ ਹਾਂ, ਠੀਕ ਹੈ, ਐਕਸਟਰਨਲ ਫੋਰਸ, ਉਹ ਲਗਾਉਣ ਦੇ ਨਾਲ ਜਿਹੜੀ ਬੋਡੀ ਹੈਗੀ ਆ ਉਹ ਮੂਵ ਕਰੇਗੀ ਅਲੋਂਗ ਸਰਕੂਲਰ ਪਾਥ ਵਿਦ ਯੂਨੀਫਾਰਮ ਸਪੀਡ ਦੇ ਨਾਲ, ਉਸ ਨੂੰ ਕਹਾਂਗੇ ਉਹ ਵਾਲੀ ਫੋਰਸ ਨੂੰ ਸੈਂਟਰੀਪੀਟਲ ਫੋਰਸ। ਹੁਣ ਇਹ ਵਾਲੀ ਸੈਂਟਰੀਪੀਟਲ ਫੋਰਸ ਦੇ ਵਿੱਚ ਆਪਾਂ ਪਹਿਲਾਂ ਸਟੱਡੀ ਕੀਤਾ ਸੀ, ਜਦੋਂ ਆਪਣੇ ਕੋਲ ਕੋਈ ਵੀ ਬੋਡੀ ਹੈਗੀ ਸਰਕੂਲਰ ਪਾਥ ਦੇ ਵਿੱਚ ਮੂਵ ਕਰ ਰਹੀ ਹੈ, ਦੈਨ ਉਸ ਦੀ ਜਿਹੜੀ ਐਕਸਲਰੇਸ਼ਨ ਹੈ ਉਸ ਦੀ ਡਾਇਰੈਕਸ਼ਨ ਹੋਏਗੀ ਟੂਵਰਡਸ ਦਾ ਸੈਂਟਰ, ਤਾਂ ਉਸ ਨੂੰ ਆਪਾਂ ਕਹਾਂਗੇ ਸੈਂਟਰੀਪੀਟਲ ਐਕਸਲਰੇਸ਼ਨ। A ਇਜ਼ ਇਕੁਅਲ ਟੂ V ਸਕੁਏਅਰ ਅਪੋਨ R ਵੈਲਿਊ ਐਕਸਲਰੇਸ਼ਨ ਦੀ। ਸੈਂਟਰੀਪੀਟਲ ਫੋਰਸ ਦੀ ਵੈਲਿਊ ਫਾਈਂਡ ਕਰਨ ਦੇ ਲਈ ਇਹ ਵਾਲੀ ਐਕਸਲਰੇਸ਼ਨ ਨੂੰ ਮਲਟੀਪਲਾਈ ਕਰਾਂਗੇ ਮਾਸ ਦੇ ਨਾਲ। ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ। ਤਾਂ ਆਪਣੇ ਕੋਲੇ ਅਗਰ ਮਾਸ ਹੈਗਾ ਬੋਡੀ ਦਾ ਕੈਪੀਟਲ M ਹੈ, ਦੈਨ ਫੋਰਸ ਕੀ ਬਣ ਜਾਏਗੀ mv ਸਕੁਏਅਰ ਅਪੋਨ R। ਦਿਸ ਇਜ਼ ਅ ਸੈਂਟਰੀਪੀਟਲ ਫੋਰਸ। ਉਸ ਤੋਂ ਬਾਅਦ ਨੈਕਸਟ ਚੈਪਟਰ ਹੈ ਵਰਕ, ਐਨਰਜੀ ਐਂਡ ਪਾਵਰ। ਇਸ ਦੇ ਵਿੱਚ ਫਸਟ ਹੈਗਾ ਸਕੇਲਰ ਪ੍ਰੋਡਕਟ। ਦੋ ਵੈਕਟਰਸ ਹੈਗੇ ਆ A B, ਉਹਨਾਂ ਦੀ ਸਕੇਲਰ ਪ੍ਰੋਡਕਟ ਕੀ ਹੈ? ਇਟ ਇਜ਼ ਡਿਫਾਈਨਡ ਐਜ਼ the product of magnitude of the vectors AB and cosine of the angle between them। ਦੋ ਵੈਕਟਰ ਹੈਗੇ A B, ਸਪੋਜ਼ ਉਹਨਾਂ ਦੇ ਵਿਚਕਾਰ ਜਿਹੜਾ ਐਂਗਲ ਆ ਉਹ ਐਂਗਲ ਹੈਗਾ ਥੀਟਾ। ਤਾਂ ਸਕੇਲਰ ਪ੍ਰੋਡਕਟ ਆਫ ਟੂ ਵੈਕਟਰਸ ਨੂੰ ਆਪਾਂ ਕਿਵੇਂ ਲਿਖਾਂਗੇ? ਮੈਗਨੀਚਿਊਡ, ਉਹਨਾਂ ਦਾ ਜਿਹੜਾ ਮੈਗਨੀਚਿਊਡ ਉਹਨਾਂ ਦੀ ਵੈਲਿਊਜ਼ ਨੂੰ ਆਪਾਂ ਮਲਟੀਪਲਾਈ ਕਰਾਂਗੇ ਇਨਟੂ ਕੋਸਾਈਨ ਆਫ ਐਂਗਲ। ਇਹ ਵਾਲੇ ਐਂਗਲ ਦਾ ਆਪਾਂ ਕੌਸ ਲੈ ਕੇ ਚੱਲਾਂਗੇ, ਤਾਂ A ਵੈਕਟਰ ਡਾਟ B ਵੈਕਟਰ, ਠੀਕ ਹੈ। ਇਹ ਸਕੇਲਰ ਪ੍ਰੋਡਕਟ ਹੈਗੀ ਹੈ, ਉਸ ਨੂੰ ਲਿਖਾਂਗੇ AB ਉਹਨਾਂ ਦਾ ਮੈਗਨੀਚਿਊਡ ਹੈਗੇ ਵੈਕਟਰ ਦਾ, ਕੌਸ ਥੀਟਾ। ਇਹ ਹੈਗਾ ਸਕੇਲਰ ਪ੍ਰੋਡਕਟ ਆਫ ਟੂ ਵੈਕਟਰਸ। ਇਸ ਦੇ ਕੁਝ ਪ੍ਰੋਪਰਟੀਜ਼ ਹੈਗੀ ਹੈ। ਫਰਸਟ ਹੈ ਡਾਟ ਪ੍ਰੋਡਕਟ ਆਫ ਟੂ ਵੈਕਟਰਸ ਓਬੇਜ਼ ਕਮਿਊਟੇਟਿਵ ਲੋ। ਅਗਰ ਆਪਣੇ ਕੋਲ A ਵੈਕਟਰ ਡਾਟ B ਵੈਕਟਰ, ਉਸ ਨੂੰ ਉਹ ਕਿਸ ਦੇ ਇਕੁਅਲ ਹੋਏਗਾ? B ਵੈਕਟਰ ਡਾਟ A ਵੈਕਟਰ ਦੇ, ਮੀਨਸ ਕਮਿਊਟੇਟਿਵ ਲਾ ਨੂੰ ਓਬੇ ਕਰ ਰਹੀ ਹੈ। ਨੈਕਸਟ ਪ੍ਰੋਪਰਟੀ ਹੈ ਡਾਟ ਪ੍ਰੋਡਕਟ ਆਫ ਵੈਕਟਰ ਵਿਦ ਇਟਸੈਲਫ ਗਿਵਸ ਦਾ ਸਕੇਅਰ ਆਫ ਇਟਸ ਮੈਗਨੀਚਿਊਡ। ਜਦੋਂ A ਵੈਕਟਰ ਦਾ ਆਪਾਂ A ਵੈਕਟਰ ਨਾਲ ਹੀ ਡਾਟ ਪ੍ਰੋਡਕਟ ਕਰਾਉਣਾ ਹੈ, ਉਹ ਕਿਸ ਦੇ ਇਕੁਅਲ ਆਏਗਾ? A ਸਕੇਅਰ ਦੇ, ਉਸ ਦੇ ਮੈਗਨੀਚਿਊਡ ਦੀ ਸਕੇਅਰ ਦੇ ਇਕੁਅਲ ਆਏਗਾ। ਡਾਟ ਪ੍ਰੋਡਕਟ ਆਫ ਟੂ ਮਿਊਚੁਅਲੀ ਇੱਕ ਪਰਪੈਂਡੀਕੂਲਰ ਵੈਕਟਰ ਇਜ਼ ਜ਼ੀਰੋ। ਦੋ ਵੈਕਟਰ ਜਦੋਂ ਮਿਊਚੁਅਲੀ ਪਰਪੈਂਡੀਕੂਲਰ ਹੈ, ਮੀਨਸ ਉਹਨਾਂ ਦੇ ਵਿੱਚ ਐਂਗਲ 90 ਡਿਗਰੀ ਹੈ, ਡਾਟ ਪ੍ਰੋਡਕਟ ਇਸ ਦੀ ਇਕੁਅਲ ਹੋਏਗੀ ਜ਼ੀਰੋ, cos 90 ਦੀ ਵੈਲਿਊ ਜ਼ੀਰੋ ਹੈ। Next, two vectors are collinear, act parallel or anti-parallel to each other if their dot product is numerically equal to the product of their magnitude। ਜਦੋਂ ਦੋ ਵੈਕਟਰ ਆਪਣੇ ਕੋਲ collinear ਹੈਗੇ ਆ, then A dot B ਵੈਕਟਰ ਕਿਸ ਦੇ ਇਕੁਅਲ ਆਏਗਾ? ਪ੍ਰੋਡਕਟ ਆਫ ਦੇਅਰ ਮੈਗਨੀਚਿਊਡ ਦੇ ਇਕੁਅਲ ਹੈ। ਡਾਟ ਪ੍ਰੋਡਕਟ ਓਬੇ ਕਰੇਗਾ ਡਿਸਟ੍ਰੀਬਿਊਟਿਵ ਲਾਅ ਨੂੰ। A ਵੈਕਟਰ ਡਾਟ B ਵੈਕਟਰ ਪਲੱਸ C ਵੈਕਟਰ ਇਜ਼ ਇਕੁਅਲ ਟੂ A ਵੈਕਟਰ ਡਾਟ B ਵੈਕਟਰ ਪਲੱਸ A ਵੈਕਟਰ ਡਾਟ C ਵੈਕਟਰ ਦੀ। ਨੈਕਸਟ ਹੈਗਾ ਵਰਕ ਕੀ ਹੈ? ਕੋਈ ਵੀ ਆਪਾਂ ਫੋਰਸ ਅਪਲਾਈ ਕੀਤੀ ਬੋਡੀ ਦੇ ਉੱਪਰ, ਫੋਰਸ ਅਪਲਾਈ ਕਰਨ ਦੇ ਨਾਲ ਉਹ ਕੀ ਹੈ? ਮੂਵ ਕਰੇਗੀ ਕੁਛ ਡਿਸਟੈਂਸ, ਉਸ ਨੇ ਮੂਵ ਕੀਤਾ ਇਨ ਦਾ ਡਾਇਰੈਕਸ਼ਨ, ਉਹ ਜਿਹੜਾ ਡਿਸਟੈਂਸ ਮੂਵ ਕੀਤਾ ਉਸ ਦੀ ਡਾਇਰੈਕਸ਼ਨ ਅਤੇ ਆਪਣੇ ਕੋਲ ਫੋਰਸ ਦੀ ਡਾਇਰੈਕਸ਼ਨ ਬਿਲਕੁਲ ਸੇਮ ਹੈ। ਦੈਨ ਉੱਥੇ ਆਪਾਂ ਕੀ ਕਹਾਂਗੇ? ਮੀਨਸ ਬੋਡੀ ਦੇ ਉੱਪਰ ਵਰਕ ਹੋਇਆ। ਕੋਈ ਵੀ ਬੋਡੀ ਹੈ, ਉਸ ਦੇ ਉੱਪਰ ਫੋਰਸ ਅਪਲਾਈ ਕੀਤੀ, ਫੋਰਸ ਅਪਲਾਈ ਹੋਣ ਨਾਲ ਉਸ ਨੇ ਕੁਛ ਡਿਸਟੈਂਸ ਮੂਵ ਕੀਤਾ, ਤਾਂ ਫੋਰਸ ਇਨਟੂ ਡਿਸਪਲੇਸਮੈਂਟ ਦੀ ਜਿਹੜੀ ਮਲਟੀਪਲਾਈ ਹੈ ਉਹ ਕੀ ਹੈ? ਵਰਕ ਹੈ ਤੁਹਾਡੇ ਕੋਲ। W ਨੂੰ ਆਪਾਂ ਕੀ ਲਿਖਾਂਗੇ? ਅਗਰ F ਫੋਰਸ ਹੈ, S ਡਿਸਪਲੇਸਮੈਂਟ ਦਾ F ਡਾਟ S। ਨੈਕਸਟ ਹੈਗਾ ਵਰਕ ਡਨ ਬਾਈ ਅ ਕੌਂਸਟੈਂਟ ਫੋਰਸ। The work done by a force is measured as the product of magnitude of force and distance covered by the body in the direction of force। अगर F फोर्स आप अप्लाई की है इन द डायरेक्शन ऑफ फोर्स, उसने डिसप्लेसमेंट कितनी की, डिस्टेंस कितना कवर किया बॉडी ने S। तो W ਨੂੰ ਆਪਾਂ ਕੀ ਲਿਖਾਂਗੇ? W वर्क इज इक्वल टू F इंटू S। F ਤੇ S ਦੋਨੋਂ ਮੈਗਨੀਚਿਊਡ ਦੇ ਵਿੱਚ ਹੈਗੇ ਆ। ਅਗਰ ਫੋਰਸ ਹੈਗੀ ਹੈ ਉਹ ਐਂਗਲ ਥੀਟਾ ਬਣਾ ਰਹੀ ਹੈ ਡਾਇਰੈਕਸ਼ਨ ਆਫ ਡਿਸਪਲੇਸਮੈਂਟ ਦੇ ਨਾਲ ਥੀਟਾ ਐਂਗਲ ਬਣਾ ਰਹੀ ਹੈ ਫੋਰਸ। ਦੈਨ ਫੋਰਸ ਨੂੰ ਆਪਾਂ ਦੋ ਪਾਰਟ ਦੇ ਵਿੱਚ ਰਿਜ਼ੋਲਵ ਕਰਾਂਗੇ, ਦੋ ਰੈਕਟੈਂਗੂਲਰ ਕੰਪੋਨੈਂਟ ਦੇ ਵਿੱਚ ਡਿਵਾਈਡ ਕਰਾਂਗੇ। ਇੱਕ ਤਾਂ ਅਲੋਂਗ ਐਕਸ ਐਕਸਿਸ Fx ਡੈਸ਼ ਇਨ ਦਾ ਡਾਇਰੈਕਸ਼ਨ ਆਫ ਡਿਸਪਲੇਸਮੈਂਟ, ਇੱਕ ਹੈਗੀ ਹੈ ਪਰਪੈਂਡੀਕੂਲਰ ਡਾਇਰੈਕਸ਼ਨ ਟੂ ਡਿਸਪਲੇਸਮੈਂਟ ਮੀਨਸ ਵਾਈ ਐਕਸਿਸ ਦੇ ਅਲੋਂਗ। एक्स एक्सिस के अलॉन्ग एफ की वैल्यू आ जाएगी एफ कॉस थीटा, वाई एक्सिस के अलॉन्ग एफ साइन थीटा। अगर हुण अपनी जिहड़ी बॉडी है, ठीक है, अलॉन्ग एस डायरैक्शन के अलॉन्ग मूव कर रही है, मीनस
ਇੱਥੇ fx ਦੀ ਵੈਲਿਊ ਕੁਛ ਨਾ ਕੁਛ ਹੋਏਗੀ, fy ਦੀ ਵੈਲਿਊ 0 ਹੋਏਗੀ, ਮੀਨਸ ਇਸ ਦੇ ਉੱਪਰ ਕੋਈ ਵਰਕ ਡਨ ਨਹੀਂ ਹੋ ਰਿਹਾ, ਵਰਕ ਡਨ ਦੀ ਵੈਲਿਊ 0 ਹੈ ਇਹ ਵਾਲੇ ਕੰਪੋਨੈਂਟ ਦੇ ਨਾਲ, ਓਨਲੀ ਵਰਕ ਡਨ ਕਿਸ ਦੇ ਉੱਪਰ ਹੋ ਰਿਹਾ, fx ਵਾਲੇ ਕੰਪੋਨੈਂਟ ਦੇ। ਤਾਂ w ਨੂੰ ਆਪਾਂ ਕੀ ਲਿਖਾਂਗੇ, fx ਇੰਟੂ s, ਇਸ ਨੂੰ ਕੀ ਲਿਖ ਸਕਦੇ ਹਾਂ, fx ਵੈਕਟਰ ਇੰਟੂ s ਵੈਕਟਰ ਨੂੰ f cos ਥੀਟਾ ਇੰਟੂ s, ਇਹ ਵਾਲੀ ਵੈਲਿਊ ਆਪਾਂ ਪੁੱਟ ਕੀਤੀ f cos ਥੀਟਾ। ਤਾਂ ਇੱਥੋਂ ਕੀ ਆ ਗਿਆ, w ਇਜ਼ ਇਕਵਲਸ ਟੂ ਐਫ ਐਸ cos ਥੀਟਾ ਦੇ ਇਕੁਅਲ ਹੈ। ਅਗਰ f ਅਤੇ s, f ਅਤੇ ਜਿਹੜੇ ਆਹ ਵਾਲਾ f ਮੀਨਸ ਆਹ ਵਾਲਾ f, ਇਹ ਵਾਲੀ ਫੋਰਸ ਤੇ s, ਇਹਨਾਂ ਦੇ ਵਿਚਕਾਰ ਜਿਹੜਾ ਐਂਗਲ ਹੈ ਉਹ ਥੀਟਾ, ਉਸ ਦੀ ਵੈਲਿਊ 0 ਹੈ, ਠੀਕ ਹੈ, ਸੇਮ ਡਾਇਰੈਕਸ਼ਨ ਹੈ, ਇੱਥੇ ਤੱਕ ਐਂਗਲ ਬਣਾ ਰਿਹਾ ਥੀਟਾ। ਅਗਰ ਆਪਣੇ ਕੋਲ ਥੀਟਾ ਐਂਗਲ 0 ਹੈ, ਦੋਨੋਂ ਇੱਕੋ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਹੈ, ਥੀਟਾ 0 ਪੁੱਟ ਹੋਣ ਦੇ ਨਾਲ ਇੱਥੇ ਪੁੱਟ ਕਰਾਂਗੇ ਤਾਂ w ਕਿਸ ਦੇ ਇਕੁਅਲ ਆ ਜਾਏਗਾ, ਐਫ ਐਸ ਦੇ ਇਕੁਅਲ ਆ ਜਾਏਗਾ। ਵੈਕਟਰ ਫਾਰਮ ਚ ਇਸ ਨੂੰ w ਨੂੰ ਕੀ ਲਿਖ ਸਕਦੇ ਹਾਂ, ਐਫ ਵੈਕਟਰ ਡਾਟ ਐਸ ਵੈਕਟਰ। ਅਗਰ f ਤੇ s ਦੋਨੇ ਪਰਪੈਂਡੀਕੂਲਰ ਹੈਗੇ ਆ, f ਤੇ s ਦੋਨੋਂ ਪਰਪੈਂਡੀਕੂਲਰ ਹੈ, ਮੀਨਸ ਥੀਟੇ ਦੀ ਵੈਲਿਊ 90 ਹੈ, ਤਾਂ w ਆਪਣਾ ਵਰਕ ਡਨ ਕਿਸ ਦੇ ਇਕੁਅਲ ਆਏਗਾ, 0 ਦੇ। ਡਾਇਮੈਂਸ਼ਨ ਐਂਡ ਯੂਨਿਟਸ ਆਫ ਵਰਕ, ਡਾਇਮੈਂਸ਼ਨ ਫਾਰਮੂਲਾ ਹੈਗਾ ਵਰਕ ਦਾ ml ਸਕੁਅਰ t ਦੀ ਪਾਵਰ -2 ਹੈ। SI ਯੂਨਿਟ ਹੈਗੇ ਵਰਕ ਦੇ ਜਾਊਲ, ਇਸ ਨੂੰ ਡਿਨੋਟ ਕਰਾਂਗੇ ਕੈਪੀਟਲ J ਦੇ ਨਾਲ। CGS ਸਿਸਟਮ ਦੇ ਵਿੱਚ ਯੂਨਿਟ ਹੈਗੇ ਵਰਕ ਦੇ ਅਰਗ। 1 ਜਾਊਲ ਕਿਸ ਦੇ ਇਕੁਅਲ ਹੈ, 1 ਨਿਊਟਨ ਇੰਟੂ 1 ਮੀਟਰ ਦੇ, 1 ਜਾਊਲ ਇਜ਼ ਇਕਵਲ ਟੂ 1 ਨਿਊਟਨ ਮੀਟਰ। ਜਦੋਂ ਆਪਾਂ 1 ਨਿਊਟਨ ਫੋਰਸ ਅਪਲਾਈ ਕਰਾਂਗੇ ਤੇ ਆਪਣਾ ਜਿਹੜਾ ਡਿਸਟੈਂਸ ਕਵਰ ਕਰੇਗਾ ਬਾਡੀ ਉਹ ਕਿੰਨਾ ਹੈਗਾ, 1 ਮੀਟਰ। ਦੈਨ ਵਰਕ ਡਨ ਆਪਣਾ ਕਿੰਨਾ ਹੋਏਗਾ, 1 ਜਾਊਲ। CGS ਸਿਸਟਮ ਦੇ ਵਿੱਚ 1 ਅਰਗ ਕਿਸ ਦੇ ਇਕੁਅਲ ਹੈ, 1 ਡਾਈਨ ਇੰਟੂ 1 ਸੈਂਟੀਮੀਟਰ ਦੇ। ਜਦੋਂ 1 ਡਾਈਨ ਆਪਾਂ ਫੋਰਸ ਅਪਲਾਈ ਕਰ ਰਹੇ ਹਾਂ ਤੇ ਡਿਸਟੈਂਸ ਕਿੰਨਾ ਕਵਰ ਕਰ ਰਹੀ ਹੈ ਬਾਡੀ, 1 ਸੈਂਟੀਮੀਟਰ। ਦੈਨ ਵਰਕ ਇਜ਼ ਸੈਡ ਟੂ ਵੀ 1 ਅਰਗ। ਅਰਗ ਤੇ ਜਿਹੜਾ ਜਾਊਲ ਹੈ ਉਸਦੇ ਵਿੱਚ ਰਿਲੇਸ਼ਨ ਕੀ ਹੈ, 1 ਜਾਊਲ ਕਿਸ ਦੇ ਇਕੁਅਲ ਹੈ, 10⁻7 ਅਰਗ ਦੇ ਇਕੁਅਲ ਹੈ। ਨੈਕਸਟ ਹੈਗਾ ਵਰਕ ਡਨ ਬਾਈ ਆ ਵੇਅਰਿੰਗ ਫੋਰਸ। ਪਹਿਲਾਂ ਆਪਾਂ ਕੌਨਸਟੈਂਟ ਫੋਰਸ ਨਾਲ ਕੀਤਾ ਸੀ ਵਰਕ ਡਨ, ਹੁਣ ਹੈਗਾ ਵੇਅਰਿੰਗ ਫੋਰਸ। ਹੁਣ ਸਪੋਜ਼ ਆਪਣੇ ਕੋਲ ਕੋਈ ਵੀ ਬੋਡੀ ਹੈ, ਉਹ ਮੂਵ ਕਰ ਰਹੀ ਹੈ ਅਵੇ ਫਰੋਮ ਦਾ ਸੈਂਟਰ ਆਫ ਅਰਥ, ਠੀਕ ਹੈ, ਕੋਈ ਵੀ ਬੋਡੀ ਮੂਵ ਕਰ ਰਹੀ ਹੈ ਅਵੇ ਫਰੋਮ ਦਾ ਸੈਂਟਰ ਆਫ ਅਰਥ। ਦੈਨ ਮੈਗਨੀਟਿਊਡ ਹੈਗਾ ਗ੍ਰੈਵੀਟੇਸ਼ਨਲ ਫੋਰਸ ਦਾ ਡਿਕਰੀਜ਼ ਹੁੰਦਾ ਜਾਏਗਾ, ਅਰਥ ਦੇ ਨੀਅਰ ਆਪਣਾ ਗ੍ਰੈਵੀਟੇਸ਼ਨਲ ਜ਼ਿਆਦਾ ਹੈ, ਜਿਵੇਂ ਜਿਵੇਂ ਉਹ ਹਾਈਟ ਅਵੇ ਫਰੋਮ ਦਾ ਅਰਥ ਜਾਏਗਾ ਆਪਣਾ ਜਿਹੜਾ ਗ੍ਰੈਵੀਟੇਸ਼ਨਲ ਫੋਰਸ ਹੈ ਉਸ ਦੀ ਵੈਲਿਊ ਕੰਟੀਨਿਊਸਲੀ ਡਿਕਰੀਜ਼ ਹੁੰਦੀ ਜਾ ਰਹੀ ਹੈ, ਮੀਨਸ ਬਟ ਇਸ ਦੀ ਜਿਹੜੀ ਡਾਇਰੈਕਸ਼ਨ ਹੈ ਸੇਮ ਰਹੇਗੀ। ਇੱਥੇ ਆਪਾਂ ਜਿਹੜੀ ਫੋਰਸ ਕਹਾਂਗੇ ਉਹ ਕਿਹੜੀ ਹੈ, ਬੇਰਿੰਗ ਫੋਰਸ ਹੈ। ਇਸ ਨੂੰ ਪ੍ਰੂਵ ਕਰਨ ਦੇ ਲਈ ਸਪੋਜ਼ ਇਹ ਵਾਲਾ ਸਿਸਟਮ ਲੈ ਕੇ ਚੱਲੇ ਆਪਾਂ, ਕੋਈ ਵੀ ਜਿਹੜਾ ਬੋਡੀ ਹੈ ਉਸ ਨੂੰ A ਤੋਂ ਲੈ ਕੇ B ਤੱਕ ਮੂਵ ਕਰਾਉਣਾ, ਠੀਕ ਹੈ, ਅੰਡਰ ਦਾ ਐਕਸ਼ਨ ਆਫ ਬੇਰਿੰਗ ਫੋਰਸ। ਸਪੋਜ਼ ਕਿਸੇ ਵੀ ਟਾਈਮ ਦੇ ਉੱਪਰ ਜਿਹੜੀ ਬੋਡੀ ਆਪਣੇ ਕੋਲੇ P ਪੁਆਇੰਟ ਦੇ ਉੱਪਰ ਹੈ, ਜਦੋਂ ਫੋਰਸ ਆਪਾਂ F ਅਪਲਾਈ ਕੀਤੀ, F ਅਪਲਾਈ ਹੋਣ ਦੇ ਨਾਲ ਉਸਨੇ DS ਜਿਹੜਾ ਡਿਸਪਲੇਸਮੈਂਟ ਹੈ, ਡਿਸਟੈਂਸ ਕਵਰ ਕੀਤਾ, ਉਹ Q ਪੁਆਇੰਟ ਤੱਕ ਪਹੁੰਚ ਗਈ, ਠੀਕ ਹੈ, P ਤੋਂ Q ਤੱਕ ਪਹੁੰਚ ਗਈ। ਬਟ ਆਪਾਂ ਕੀ ਹੈ, ਜਾਣਾ ਕਿੱਥੇ ਹੈ, B ਤੱਕ। ਹੁਣ ਡਿਸਪਲੇਸਮੈਂਟ ਇਸਨੇ ਕਿੰਨੀ ਕੀਤੀ ਹੈਗੀ ਹੈ, DS, ਤਾਂ ਆਪਣਾ ਵਰਕ ਡਨ ਵੀ ਕੀ ਆਊਗਾ, ਸਮਾਲ ਅਮਾਊਂਟ ਆਊਗਾ, ਮਤਲਬ DW। ਤਾਂ DW ਨੂੰ ਆਪਾਂ ਕੀ ਲਿਖਾਂਗੇ, F ਵੈਕਟਰ ਡਾਟ DS ਵੈਕਟਰ। ਅਗਰ ਆਪਾਂ ਪੂਰਾ ਵਰਕ ਡਨ ਫਾਈਂਡ ਆਊਟ ਕਰਨਾ, ਜਦੋਂ ਬਾਡੀ ਆਪਣੀ A ਤੋਂ ਲੈ ਕੇ B ਤੱਕ ਜਾ ਰਹੀ ਹੈ, ਦੈਨ ਉਸਨੇ ਨੰਬਰ ਜਿਹੜੀਆਂ ਸਮਾਲ ਇਹ ਵਾਲੀ ਡਿਸਪਲੇਸਮੈਂਟ ਹੈ ਹੁਣ ਇੱਥੇ DS ਕੀਤਾ, ਫਿਰ ਉਸਨੇ DS ਕਵਰ ਕੀਤਾ, ਫਿਰ ਜਾਏਗੀ, ਫਿਰ DS ਕਵਰ ਕੀਤਾ, ਫਿਰ B ਤੱਕ ਪਹੁੰਚੇਗੀ। ਮਤਲਬ A ਤੋਂ ਲੈ ਕੇ B ਤੱਕ ਆਪਾਂ ਇੰਟੀਗ੍ਰੇਟ ਕਰਾਂਗੇ DW ਨੂੰ, ਤਾਂ ਜੋ ਆਪਣੇ ਕੋਲ ਹੋਲ ਜਿਹੜਾ ਵਰਕ ਡਨ ਹੈ, ਟੋਟਲ ਵਰਕ ਡਨ ਦੀ ਵੈਲਿਊ ਫਾਈਂਡ ਆਊਟ ਹੋ ਜਾਵੇ। ਤਾਂ W ਇਜ਼ ਇਕਵਲ ਟੂ ਇੰਟੀਗ੍ਰੇਸ਼ਨ A to B F ਡਾਟ DS, A ਤੋਂ ਲੈ ਕੇ B ਤੱਕ। ਹੁਣ ਇੱਥੇ ਜਿਹੜੀ ਡਿਸਪਲੇਸਮੈਂਟ ਦੀ ਵੈਲਿਊ S1 ਹੈ, B ਤੱਕ ਆਪਣੇ ਕੋਲ S2 ਹੈ, ਤਾਂ S1 ਤੋਂ ਲੈ ਕੇ S2 ਤੱਕ ਆਪਾਂ ਕੀ ਕਰਾਵਾਂਗੇ, ਇਨੀਸ਼ੀਅਲ ਤੇ ਫਾਈਨਲ ਡਿਸਪਲੇਸਮੈਂਟ ਦੇ ਵਿੱਚ ਇੰਟੀਗ੍ਰੇਸ਼ਨ ਕਰਾਉਣੀ ਹੈ। ਤਾਂ W ਇਜ਼ ਇਕਵਲ ਟੂ ਨੂੰ ਕੀ ਲਿਖਾਂਗੇ, S1 to S2 F ਇੰਟੂ DS, ਬਿਕੋਜ਼ F ਤੇ DS ਦੀ ਡਾਇਰੈਕਸ਼ਨ ਸੇਮ ਹੈ। ਹੁਣ ਤੁਹਾਡੇ ਕੋਲ ਕੀ ਆ, ਅਗਰ ਇਸ ਨੂੰ ਆਪਾਂ ਗ੍ਰਾਫਿਕਲ ਰਿਪਰੈਜ਼ੈਂਟ ਕਰੀਏ ਤਾਂ ਕਿਵੇਂ ਆਏਗਾ। ਹੁਣ ਇਸ ਦੇ ਵਿੱਚ ਆਹ ਵਾਲੀ ਡਿਸਪਲੇਸਮੈਂਟ S ਹੈ, ਇੱਥੇ S2 ਹੈ, ਇਹ ਵਾਲਾ ਪੁਆਇੰਟ ਆਪਣੇ ਕੋਲ A ਡੈਸ਼ ਹੈ, ਇਹ B ਡੈਸ਼ ਹੈ। ਜਦੋਂ ਆਪਾਂ ਫੋਰਸ ਅਪਲਾਈ ਕੀਤੀ ਤਾਂ ਇਸਨੇ A ਤੋਂ ਲੈ ਕੇ B ਤੱਕ ਜਾਣਾ, ਇਨੀਸ਼ੀਅਲ ਪੁਆਇੰਟਸ ਹੈ, ਇਹ ਫਾਈਨਲ ਪੁਆਇੰਟਸ ਹੈ। ਪਹਿਲਾਂ ਉਹ P ਤੋਂ Q ਤੱਕ ਗਿਆ, ਡਿਸਪਲੇਸਮੈਂਟ ਕਿੰਨੀ ਕੀਤੀ ਹੈਗੀ ਹੈ, DS। ਆਪਾਂ ਜਿਹੜਾ DW ਕੈਲਕੂਲੇਟ ਕੀਤਾ ਸੀ ਉਹ ਇਹ ਵਾਲੇ ਪੋਰਸ਼ਨ ਦੇ ਲਈ ਹੈ, ਠੀਕ ਹੈ, ਇਹ ਵਾਲੇ ਪੋਰਸ਼ਨ ਦੇ ਲਈ ਸੀ। ਇਸ ਵਾਲੇ ਪੋਰਸ਼ਨ ਨੂੰ ਆਪਾਂ ਇੰਟੀਗ੍ਰੇਟ ਕੀਤਾ S1 ਤੋਂ ਲੈ ਕੇ S2 ਤੱਕ, ਫਿਰ ਆਪਣੇ ਕੋਲ ਜਿਹੜਾ ਹੋਲ ਹੈ ਵਰਕ ਡਨ ਫਾਈਂਡ ਆਊਟ ਹੋ ਗਿਆ। ਮੀਨਸ ਅਗਰ ਆਹ ਵਾਲਾ ਜਿਹੜਾ ਏਰੀਆ ਹੈ,
पूरा ए बी बी डैश ए वाला एरिया है, ਇਹ ਹੋਲ ਵਰਕ ਡਨ ਦੀ ਵੈਲਿਊ ਹੈ, ਤਾਂ ਐਫ ਡੀ ਐਸ S1 to S2 ਨੂੰ ਆਪਾਂ ਕੀ ਲਿਖਾਂਗੇ, ਏਰੀਆ ਅੰਡਰ ਏ ਵੀ ਬੀ ਡੈਸ਼ ਐਂਡ ਏ ਡੈਸ਼।